ਤਤ ਸਰ ਵਿਵੇਕ ਸਿਫਤ ਸਾਲਾਹ। ਗੁਰਮਤਿ ਦਾ ਮੁੱਖ ਮੰਤਵੀ ਸਿਰ ਕਰਮਨ ਕੇ ਕਰਮ ਵਰਣਨੰ। ਸਤਿਗੁਰੂ ਦੇ ਜਿਤਨੇ ਵੀ ਹੁਕਮ ਅਰਥਾਤ ਹੁਕਮਾਂ ਰੂਪੀ ਬਚਨ ਹਨ, ਉਹਨਾਂ ਹੁਕਮਾਂ ਦਾ ਸਿਰ ਹੁਕਮ ਅਰਥਾਤ ਹੁਕਮਨ ਸਿਰ ਹੁਕਮ, ਤਤ ਸਾਰ ਹੁਕਮ ਇੱਕੋ ਹੁਕਮ ਹੈ ਜੋ ਸਮਗਰ ਹੁਕਮਾਂ ਦਾ ਕੇਂਦਰ ਹੈ, ਜਿਸ ਦੇ ਦੁਆਲੇ ਗਿਰਦਾ ਗਿਰਦ ਸਾਰੇ ਹੁਕਮ ਆਕਰਖਣੀ ਤਾਣ ਅੰਦਰ ਘੁੰਮਦੇ ਹਨ। ਅਤੇ ਇਹੋ ਹੁਕਮ ਸਾਡੇ ਕਮਾਉਣ ਲਈ ਜਦੋਂ ਕਮਾਈ ਅੰਦਰ ਆਉਂਦਾ ਹੈ, ਸਿਰ ਕਰਮਨ ਕੈ ਕਰਮਾ ਬਣ ਜਾਂਦਾ ਹੈ। ਇਹ ਹੁਕਮਨ ਸਿਰ ਹੁਕਮ ਅਥਵਾ ਕਰਮਨ ਸਿਰ ਕਰਮਾ ਕੀ ਹੈ? ਇੱਕੋ ਨਾਮ ਹੈ, ਜਿਸ ਨੂੰ ਕਿ ਸਿਫਤ ਸਲਾਹਣ, ਹਰ ਸਿਮਰਨ, ਹਰ ਕੀਰਤਨ, ਹਰ ਜਸ ਨਾਵਾਂ ਨਾਲ ਗੁਰਮਤਿ ਗੁਰਬਾਣੀ ਅੰਦਰ ਸੰਕੇਤ ਕੀਤਾ ਗਿਆ ਹੈ। ਜਦੋਂ ਇਹ ਹੁਕਮ ਅਥਵਾ ਹੁਕਮ ਰੂਪੀ ਨਾਮ ਕਮਾਵਣ ਅੰਦਰ ਆਉਂਦਾ ਹੈ ਅਥਵਾ ਕਮਾਇਆ ਜਾਣ ਕਰਕੇ ਸਿਰ ਕਰਮਨ ਕੈ ਕਰਮਾਂ ਦੀ ਸੰਕੇਤਕ ਪਦਵੀ ਅੰਦਰ ਸੰਕੇਤਿਆ ਜਾਂਦਾ ਹੈ, ਤਦੋਂ ਇਸੇ ਸਿਫਤ ਸਾਲਾ ਰੂਪੀ ਸਿਰ ਕਰਮਨ ਕੈ ਕਰਮਾਂ ਨੂੰ ਗੁਰਮਤਿ ਵਿਵੇਕ ਰੂਪੀ ਸਾਰ ਕਰਨੀ ਅਰਥਾਤ ਤਤ ਸਰ ਵਿਵੇਕ ਦੇ ਨਾਮ ਨਾਲ ਪ੍ਰਸਿੱਧਿਆ, ਪ੍ਰਮਾਨਿਆ ਅਤੇ ਸਨਮਾਨਿਆ ਜਾਂਦਾ ਹੈ। ਇਸ ਉੱਪਰਲੇ ਸਾਰੇ ਸਿਧਾਂਤ ਦੀ ਪੁਸ਼ਟੀ ਪ੍ਰੋੜਤਾ ਲਈ ਹੇਠ ਲਿਖੇ ਗੁਰੂ ਪ੍ਰਮਾਣ ਵੰਨਗੀ ਵਜੋਂ ਦ੍ਰਿਸ਼ਟੀ ਗੋਚਰ ਕਰਾਏ ਜਾਂਦੇ ਹਨ। ਯਥਾ ਸਤ ਸੰਗਤ ਕੈਸੀ ਜਾਣੀਐ, ਜਿਥੈ ਇੱਕੋ ਨਾਮ ਵਖਾਣੀਐ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਿੰਨ ਅੰਤਰ ਸ਼ਬਦ ਵਸਾਇਆ। ਸਹੀਆਂ ਸੇ ਸੁਹਾਗਣੀ, ਜਿਨ ਸਹਿ ਨਾਲ ਪਿਆਰ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੈ ਪੂਰ ਗਿਆਨਾ ਜੀਓ। ਮਾਝ ਮਹੱਲਾ ਪੰਜਵਾਂ। ਹੁਕਮ ਪਛਾਣੈ, ਸੋ ਹਰ ਗੁਣ ਵਖਾਣੈ। ਗੁਰ ਕੈ ਸ਼ਬਦ ਨਾਮ ਨਿਸਾਣੈ। ਸਭਨਾ ਕਾ ਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ। ਮਾਝ ਮਹੱਲਾ ਪਹਿਲਾ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅਨ ਦਿਨ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ। ਮਾਝ ਮਹੱਲਾ ਤੀਜਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਸੋਰਠ ਮਹੱਲਾ ਪੰਜਵਾਂ। ਇਹਨਾਂ ਗੁਰਵਾਕਾਂ ਤੋਂ ਸਾਫ਼ ਸਿੱਧ ਹੋਇਆ ਕਿ ਹੁਕਮਨ ਸਿਰ ਹੁਕਮ ਇੱਕੋ ਨਾਮ ਹੈ। ਜਿਨ੍ਹਾਂ ਨੇ ਅੰਦਰ ਸ਼ਬਦ ਵਸਾਇਆ ਹੈ, ਮਾਨੋ ਤਿਨਾਂ ਨੂੰ ਸਿਰ ਹੁਕਮਨ ਕੇ ਹੁਕਮ ਮਨਾਇਆ ਹੈ। ਅਸਲ ਹੁਕਮਨ ਸਿਰ ਹੁਕਮ ਤਿਨਾਂ ਨੇ ਹੀ ਮੰਨਿਆ ਹੈ, ਜਿਨ੍ਹਾਂ ਦੇ ਅੰਤਰ ਆਤਮੇ ਸ਼ਬਦ ਨਾਮ ਗੁਰਮੰਤਰ ਬਸਿਆ ਹੈ, ਅਥਵਾ ਜਿਨ੍ਹਾਂ ਨਾਮ ਨੂੰ ਕਮਾਇਆ ਤੇ ਅੰਦਰ ਵਸਾਇਆ ਹੈ। ਜਿਨ੍ਹਾਂ ਨੇ ਸਿਫਤ ਸਲਾਹਣ ਰੂਪੀ ਸਾਰ ਕਮਾਈ ਕੀਤੀ ਤੇ ਕਰਕੇ ਤੋੜ ਨਿਭਾਈ। ਸਾਰ ਕਮਾਈ ਕੀਤੀ ਤੇ ਕਰਕੇ ਤੋੜ ਨਿਭਾਈ, ਤਿਨਾਂ ਨੇ ਮਾਨੋ ਹੁਕਮ ਰਜਾਈ ਚੱਲਣ ਦੀ ਗੁਰਮੁਖ ਪਦਵੀ ਪਾਈ। ਗੁਰ ਸ਼ਬਦ ਰੂਪੀ ਨਾਮ ਨਿਸ਼ਾਨ ਦੁਆਰਾ ਜਿਨ੍ਹਾਂ ਹਰ ਗੁਣ ਹਰ ਜਸ ਵਖਾਣਿਆ, ਤਿਨਾਂ ਨੇ ਮਾਨੋ ਸੱਚਾ ਹੁਕਮ ਪਛਾਣਿਆ। ਇਹ ਸਿਫਤ ਸਲਾਹ ਹਰ ਕੀਰਤਨ ਰੂਪੀ ਜਿਹੜੀ ਗੁਰਮਤਿ ਕਰਨੀ ਹੈ, ਇਹੋ ਤਤ ਸਾਰ ਵਿਵੇਕ ਗੁਰਮਤਿ ਵਿਵੇਕ ਸਿਰ ਕਰਮਨ ਕੈ ਕਰਮਾ ਰੂਪੀ ਵਿਵੇਕ ਹੈ। ਇਹੋ ਤਤ ਸਾਰ ਗੁਰਮਤਿ ਵਿਵੇਕ ਮੋਖ ਦੁਆਰ ਪ੍ਰਾਪਤ ਕਰਾਵਣਹਾਰ ਹੈ। ਅਤੇ ਇਸੇ ਸਾਰ ਕੀਰਤ ਕਰਮ ਦੇ ਰੰਗ ਰੱਤੇ ਪ੍ਰਾਣੀ ਨੂੰ ਇਹੋ ਗੁਰਮਤਿ ਵਿਵੇਕ ਅੰਤਰ ਮਹਿਲ ਬੁਲਾਵਣਹਾਰ ਹੈ। ਇਹ ਕੀਰਤ ਕਰਮ ਰੂਪੀ ਵਿਵੇਕ, ਇਹ ਸਿਫਤ ਸਲਾਹਣ ਮਈ ਕਰਨੀ ਰੂਪੀ ਵਿਵੇਕ ਸਭ ਕਰਨੀਆਂ ਕਮਾਈਆਂ ਨਾਲੋਂ ਉੱਚਾ ਸੁੱਚਾ ਵਿਵੇਕ ਹੈ। ਪਰੰਤੂ ਇਹ ਵਿਵੇਕ ਹਰ ਇੱਕ ਸਿੱਖ ਜਗਿਆਸੂ ਨੂੰ ਇੱਕਦਮ ਪ੍ਰਾਪਤ ਨਹੀਂ ਹੁੰਦਾ। ਉਹ ਵਿਰਲੇ ਅਤੇ ਵਡਭਾਗੇ ਜਨ ਹਨ, ਜਿਨ੍ਹਾਂ ਨੂੰ ਕਿ ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਗੁਰਵਾਕ ਦੇ ਭਾਵ ਅਨੁਸਾਰ
ਗੁਰੂ ਘਰ ਵਿੱਚ ਜਨਮ ਲੈਂਦਿਆਂ ਹੀ ਅਰਥਾਤ ਅੰਮ੍ਰਿਤ ਛਕਦਿਆਂ ਹੀ ਇੱਕਦਮ ਇਹ ਉੱਚ ਕਲਾ ਦਾ ਗੁਰਮਤਿ ਵਿਵੇਕ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦਾ ਪੁਰਬ ਲਿਖੇ ਦਾ ਲਹਿਣਾ ਹੀ ਇਹੋ ਜਿਹਾ ਹੁੰਦਾ ਹੈ ਕਿ ਉਹ ਅੰਮ੍ਰਿਤ ਦੀ ਜਾਗ ਲੱਗਣ ਸਾਰ ਹੀ ਨਾਮ ਮਹਾਰਸ ਦੀ ਚਮਤਕਾਰੀ ਕਿਰਤ ਕਰਮੀ ਰੰਗਾਂ ਵਾਲੀ ਵਿਵੇਕ ਕਲਾ ਵਿੱਚ ਖੇਡਣ ਲੱਗ ਜਾਂਦੇ ਹਨ। ਪਰੰਤੂ ਉਹਨਾਂ ਲਈ ਵੀ ਉਹ ਸਮੁੱਚੇ ਹੁਕਮ ਪਾਲਣੇ ਅਤਿ ਜ਼ਰੂਰੀ ਹੁੰਦੇ ਹਨ ਜੋ ਕਿ ਅੰਮ੍ਰਿਤ ਦੇ ਸਮੇਂ ਦ੍ਰਿੜਾਏ ਜਾਂਦੇ ਹਨ ਅਤੇ ਜਿਨ੍ਹਾਂ ਦੇ ਕਮਾਉਣ ਦੀ ਆਗਿਆ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਂਤ ਭਾਂਤ ਦੇ ਗੁਰਵਾਕਾਂ ਦੁਆਰਾ ਦਿੰਦੇ ਹਨ। ਜਾਂ ਦੂਜੇ ਪਦਾਂ ਵਿੱਚ ਇਉਂ ਕਹੋ ਕਿ ਸੁਤੇ ਸੁਭਾਅ ਹੀ ਉਹਨਾਂ ਤੋਂ ਉਹ ਹੀ ਕਰਮ ਹੁੰਦੇ ਹਨ ਜੋ ਗੁਰੂ ਕੀ ਆਗਿਆ ਅਨੁਸਾਰ ਹੋਣ। ਗੁਰੂ ਆਗਿਆ ਦਾ ਪਾਲਣਾ ਅਥਵਾ ਗੁਰਮਤਿ ਹੁਕਮਾਂ ਦੀ ਅਨੁਸਾਰਤਾ ਉਹਨਾਂ ਦੀ ਇੱਕ ਸਹਿਜ ਸੁਭਾਵੀ ਖੇਡ ਹੁੰਦੀ ਹੈ। ਉਕਤ ਆਤਮ ਤਰੰਗੀ ਵਿਵੇਕੀ ਜਨਾਂ ਦੀ ਰਹਿਣੀ ਬਹਿਣੀ ਵਰਤੋਂ ਵਿਵਹਾਰੀ ਕਰਨੀ ਦੇ ਸਾਰੇ ਰੰਗ ਢੰਗ ਹੁਕਮੀ ਬੰਦੇ ਗੁਰਮੁਖਾਂ ਵਾਲੇ ਆਗਿਆ ਅਧੀਨੀ ਚੋਜ ਹਨ। ਪਾਰ ਪਹੁੰਚੇ ਵਿਵੇਕੀ ਜਨਾਂ ਲਈ ਉਰਾਰ ਦਸ਼ਾ ਦੀ ਸਿੱਖ ਜਗਿਆਸਾ ਦੇ ਹੁਕਮੀ ਕਰਮ ਕਮਾਉਣੇ ਸੁਖੈਨ ਹੀ ਹਨ। ਪਰੰਤੂ ਆਮ ਸਿੱਖ ਜਗਿਆਸੂਆਂ ਨੂੰ ਜਿਨ੍ਹਾਂ ਦੀ ਪਹੁੰਚ ਇੱਕਦਮ ਸਿਫਤ ਸਲਾਹ ਦੀ ਉੱਚ ਵਿਵਸਥਾ ਤੀਕ ਹੋਣੀ ਅਸੰਭਵ ਹੈ, ਤਿਨ੍ਹਾਂ ਨੂੰ ਇਸ ਸਿਫਤ ਸਲਾਹ ਵਾਲੀ ਰਸਕ ਦਸ਼ਾ ਦੀ ਪ੍ਰਾਪਤੀ ਲਈ ਗੁਰ ਫੁਰਮਾਏ ਗੁਰਮਤਿ ਦ੍ਰਿੜਾਏ ਸਮਗਰ ਕਰਮਾਂ ਦਾ ਕਰਨਾ ਅਰਥਾਤ ਹਰ ਪ੍ਰਕਾਰ ਗੁਰਮਤਿ ਰਹਿਣਾ ਖਾਸ ਤੌਰ 'ਤੇ ਅਤਿ ਜ਼ਰੂਰੀ ਹੈ। ਪਰੰਤੂ ਉਹਨਾਂ ਨੇ ਵੀ ਉਸੇ ਸਿਰ ਕਰਮਨ ਕੇ ਕਰਮਾਂ ਅਥਵਾ ਸਿਰ ਹੁਕਮਨ ਦੇ ਹੁਕਮ ਨੂੰ ਮੁੱਖ ਆਦਰਸ਼ ਰੱਖਣਾ ਹੈ। ਸਿਫਤ ਸਲਾਹ ਰੂਪੀ ਸਾਰ ਕਰਨੀ ਦੇ ਸੰਗ ਸਾਥ ਕਰਨ ਜੋਗ ਸਰਬ ਸਾਧਨ ਸੰਪੰਨ ਕਰਮ ਕਰਨੇ ਜਿਨ੍ਹਾਂ ਦੇ ਕਰਨ ਦੀ ਕਿ ਗੁਰਮਤਿ ਅਨੁਸਾਰ ਆਗਿਆ ਹੈ, ਇਹ ਵੀ ਗੁਰਮਤਿ ਵਿਵੇਕ ਹੈ। ਜਿਸ ਦਾ ਪਾਲਨ ਕਰਨਾ ਜਾਂ ਜਿਸ ਦਾ ਧਾਰਨ ਕਰਨਾ ਸਮਾਨ ਅਤੇ ਉੱਚ ਵਿਵਸਥਾ ਦੇ ਵਿਵੇਕੀ ਮਾਤਰ ਲਈ ਅਵਸ਼ ਜ਼ਰੂਰੀ ਹੈ। ਪੂਰਨ ਵਿਵੇਕੀ ਜਨ ਤੋਂ ਅਵਸ਼ਮੇਵ ਹੀ ਉਹੀ ਸੁਕਰਮ ਕਰਮ ਹੋਣਗੇ ਜੋ ਗੁਰਮਤਿ ਅਨੁਕੂਲ ਹਨ। ਗੁਰਮਤਿ ਪ੍ਰਤੀਕੂਲ ਜਾਂ ਗੁਰਮਤਿ ਵਿਵਰਜਿਤ ਕਰਮ ਪੂਰਨ ਵਿਵੇਕੀ ਜਨ ਤੋਂ ਹੋਣੇ ਅਨੁਚਿਤ ਹਨ। ਸਾਰ ਕਰਨੀ ਦੇ ਸਾਧਨ ਸੰਪੰਨ ਕਰਮ ਕਮਾਉਂਦੇ ਹੋਏ ਇਸ ਗੱਲ ਦਾ ਪੂਰਨ ਅਤੇ ਪੱਕਾ ਖਿਆਲ ਖਿਨ ਖਿਨ ਮਾਤਰ ਰੱਖਣਾ ਵਿਵੇਕੀ ਜਨ ਨੂੰ ਲੋੜੀਂਦਾ ਹੈ ਕਿ ਕਿਤੇ ਉਕਤ ਸਾਧਨ ਸੰਪੰਨ ਕਰਮਾਂ ਵਿੱਚ ਅਟਕ ਕੇ ਹੀ ਨਾ ਉਰਝ ਜਾਵੇ। ਉਕਤ ਸਾਧਨ ਸੰਪੰਨ ਕਰਮਾਂ ਵਿੱਚ ਅਟਕ ਕੇ ਹੀ ਨਾ ਉਰਝ ਜਾਵੇ ਅਤੇ ਮੁੱਖ ਮੰਤਵੀ ਸਾਰ ਕਰਨੀ ਨੂੰ ਨਾ ਵਿਸਾਰ ਬੈਠੇ ਅਤੇ ਪਾਰ ਕਰਨੀ ਦੇ ਸਾਰ ਕਰਮ ਤੋਂ ਬੇਮੁਖ ਹੋ ਕੇ ਉਰਾਰ ਕਰਮਾਂ ਵਿੱਚੋਂ ਕਿਸੇ ਇੱਕ ਅਧਿਕ ਕਰਮ ਨੂੰ ਹੀ ਮੁੱਖ ਕਰਮ ਨਾ ਮੰਨ ਬੈਠੇ। ਮੁੱਖ ਮੰਤਵ ਹੈ ਸਾਡਾ ਨਾਮ ਦੁਆਰਾ ਨਾਮੀ ਅਕਾਲ ਪੁਰਖ ਦੀ ਪ੍ਰਾਪਤੀ। ਮੁੱਖ ਮੰਤਵ ਹੈ ਸਾਡਾ ਨਾਮ ਦੁਆਰਾ ਨਾਮੀ ਅਕਾਲ ਪੁਰਖ ਦੀ ਪ੍ਰਾਪਤੀ। ਮੁੱਖ ਮੰਤਵ ਹੈ ਸਾਡਾ ਨਾਮ ਦੁਆਰਾ ਨਾਮੀ ਅਕਾਲ ਪੁਰਖ ਦੀ ਪ੍ਰਾਪਤੀ। ਨਾਮੀ ਦੀ ਪ੍ਰਾਪਤੀ ਕਰਾਉਣ ਹਾਰਾ ਨਾਮ ਸਾਡਾ ਮੁੱਖ ਕਰਮ ਹੈ। ਜਿਤਨੇ ਵੀ ਹੋਰ ਕਰਮ ਗੁਰਬਾਣੀ ਅਥਵਾ ਗੁਰਮਤਿ ਦੁਆਰਾ ਸਾਨੂੰ ਦ੍ਰਿੜਾਏ ਜਾਂਦੇ ਹਨ, ਇਸੇ ਸਿਫਤ ਸਲਾਹ ਦੀ ਸਾਧਨਾ ਲਈ ਸਹਾਇਕ ਕਰਮ ਹਨ। ਪਰੰਤੂ ਜੇ ਸਿਫਤ ਸਲਾਹ ਤੋਂ ਬੇਮੁਖ ਹੋ ਕੇ ਜਾਂ ਸਿਫਤ ਸਲਾਹ ਨੂੰ ਸਰਸਰੀ ਸਮਝ ਕੇ ਕੇਵਲ ਇਹਨਾਂ ਸਾਧਨ ਸੰਪੰਨ ਸਹਾਇਕ ਕਰਮਾਂ ਵਿੱਚ ਖਚਿਤ ਹੋ ਜਾਈਏ ਅਤੇ ਇਹਨਾਂ ਨੂੰ ਹੀ ਮੁੱਖ ਮੰਤਵੀ ਕਰਮ ਸਮਝਣ ਲੱਗ ਪਈਏ ਤਾਂ ਇਹ ਸਾਡੀ ਵਿਵੇਕ ਵਿਵਸਥਾ ਦੀ ਅਧੋਗਤੀ ਦੇ ਲੱਛਣ ਹੋਣਗੇ। ਉੱਚ ਵਿਵੇਕ ਦੇ ਖੋਜੀ ਲਈ ਆਪਣੇ ਮੁੱਖ ਮੰਤਵ ਤੋਂ ਬੇਮੁਖ ਹੋ ਜਾਣਾ ਗੁਰਮਤਿ ਮਾਰਗ ਦੇ ਅਸਲੀ ਸਿਧਾਂਤ ਤੋਂ ਪਰੇਡੇ ਜਾ ਪੈਣਾ ਹੈ। ਪਰੰਤੂ ਜਿਨ੍ਹਾਂ ਗੁਰਮਤਿ ਦ੍ਰਿੜਾਏ ਸੁਕਰਮ ਕਰਮਾਂ ਦੇ ਕਰਨ ਕਰਕੇ ਵਿਵੇਕੀ ਜਨ
ਆਪਣੇ ਉੱਚ ਵਿਵੇਕ ਦੇ ਸੁਹਾਗ ਭਾਗ ਨੂੰ ਪ੍ਰਾਪਤ ਹੋਇਆ ਹੈ। ਜੇ ਉਕਤ ਗੁਰਮਤਿ ਅਨੁਕੂਲ ਸੁਕਰਮ ਕਰਮਾਂ ਦਾ ਅਰਥਾਤ ਗੁਰੂ ਦ੍ਰਿੜਾਈ ਰਹਿਤ ਰਹਿਣੇ ਵਾਲੇ ਵਿਵੇਕ ਧਾਰਨਾ ਦਾ ਉਹ ਪਰਿਤਿਆਗ ਕਰ ਦੇਵੇ ਤਾਂ ਇਹ ਕੇਵਲ ਉਸ ਦੀ ਅਕਿਰਤ ਘਣਤਾ ਅਤੇ ਵਿਵੇਕ ਊਣਤਾ ਹੈ। ਕਿੰਤੂ ਦੁੱਤੀ ਗੁਰਮਤਿ ਪੈਰੋਕਾਰ ਜਗਿਆਸੂਆਂ ਨੂੰ ਗੁੰਮਰਾਹ ਕਰਨ ਦਾ ਕੁਚੱਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।